हेलो जी, सत श्री अकाल सारिਆਂ ਨੂੰ। ਤੇ ਆਪਣੀ ਤੁਹਾਨੂੰ ਪਤਾ ਹੀ ਹੈ ਕਿ ਐਪ 'ਚ ਥੋੜੀ ਜਿਹੀ ਦਿੱਕਤ ਹੋ ਗਈ, ਜਿਸ ਕਰਕੇ ਲਾਈਵ ਕਲਾਸਿਸ ਜਿਹੜੀਆਂ ਨੇ ਹੋ ਨਹੀਂ ਪਾ ਰਹੀਆਂ। ਉਸ ਕਰਕੇ ਆਪਾਂ ਜਿਹੜੀਆਂ ਕਲਾਸਿਸ ਨੇ ਉਹ ਰਿਕਾਰਡਡ ਹੀ ਸੈਕਸ਼ਨ 'ਚ ਪਾ ਰਹੇ ਹਾਂ। ਸੋ ਤੁਸੀਂ ਗੌਰ ਨਾਲ ਇਸ ਕਲਾਸ ਨੂੰ ਲਗਾਉਣਾ ਹੈ, ਠੀਕ ਹੈ। ਤੇ ਦੇਖੋ, ਸਿੰਪਲ ਜੀ ਗੱਲ ਹੈ, ਆਪਾਂ ਹਿਸਟਰੀ ਦੇ ਬਾਰੇ ਗੱਲ ਕਰ ਰਹੇ ਸੀ। ਕਿਹਦੇ ਬਾਰੇ ਗੱਲ ਕਰ ਰਹੇ ਸੀਗੇ? ਹਿਸਟਰੀ ਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ। ਜੇ ਬੱਚੇ ਹਿਸਟਰੀ ਦੀ ਆਪਾਂ ਗੱਲ ਕਰੀਏ ਤਾਂ ਹਿਸਟਰੀ ਕੀ ਚੀਜ਼ ਆ? ਮਤਲਬ ਇਤਿਹਾਸ ਜਿਹਨੂੰ ਤੁਸੀਂ ਕਹਿੰਦੇ ਹੋ, ਇਤਿਹਾਸ ਜਿਹੜਾ ਵਰਡ ਹੈ ਉਹ ਕਿੱਥੋਂ ਆਇਆ, ਕਿਵੇਂ ਆਇਆ, ਕੀ ਕੁਛ ਹੈ। ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਜਾਣਾਂਗੇ, ਫਿਰ ਇੰਡੀਆ ਦੀ ਹਿਸਟਰੀ ਦਾ ਕੁਝ ਹਿੱਸਾ ਕਰਾਂਗੇ, ਤੇ ਫਿਰ ਉਸ ਤੋਂ ਬਾਅਦ ਆਪਾਂ ਵਧਾਂਗੇ ਪੰਜਾਬ ਦੀ ਹਿਸਟਰੀ ਵਾਲੀ ਸਾਈਡ, ਕਿਉਂਕਿ ਇੰਡੀਆ ਤੋਂ ਹੀ ਸ਼ੁਰੂ ਹੁੰਦੀ ਹੈ ਪੰਜਾਬ ਦੀ ਹਿਸਟਰੀ। ਤਾਂ ਦੇਖੋ, ਸਿੰਪਲ ਜੀ ਗੱਲ ਹੈ ਕਿ ਜਿਹੜੀ ਹਿਸਟਰੀ ਹੈ ਇਹਦਾ ਮੀਨਿੰਗ ਆ ਅਤੀਤ, ਯਾਨੀ ਅਤੀਤ ਵਿੱਚ ਹੋਈਆਂ ਜਿਹੜੀਆਂ ਚੀਜ਼ਾਂ ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ। ਕਿਹਦੇ ਵਿੱਚ? ਹਿਸਟਰੀ ਦੇ ਵਿੱਚ, ਠੀਕ ਹੈ। ਯਾਨੀ ਭੂਤਕਾਲ ਦੀਆਂ ਘਟਨਾਵਾਂ ਨੂੰ ਇਹ ਦਰਸਾਉਂਦਾ ਹੈ। ਕਿਹਨੂੰ ਦਰਸਾਉਂਦਾ ਹੈ? ਭੂਤਕਾਲ ਦੀਆਂ ਘਟਨਾਵਾਂ ਨੂੰ ਇਹ ਦਰਸਾਉਂਦੀ ਹੈ। ਕੌਣ? ਹਿਸਟਰੀ ਜਿਹੜੀ ਹੈ ਭੂਤਕਾਲ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ। ਕਲੀਅਰ ਹੈ ਇੰਨੀ ਗੱਲ? ਠੀਕ ਹੈ। ਹੁਣ ਦੇਖੋ, ਜਿਹੜੀ ਹਿਸਟਰੀ ਹੈ ਇਹ ਹਿਸਟੋਰੀਆ ਵਰਡ ਤੋਂ ਆਈ। ਕਿਹਦੇ ਤੋਂ ਆਈ ਹੈ? ਹਿਸਟੋਰੀਆ ਵਰਡ ਤੋਂ ਆਈ ਹੈ। ਹਿਸਟੋਰੀਆ ਜਿਹੜਾ ਹੈ ਇੱਕ ਯੂਨਾਨੀ ਭਾਸ਼ਾ ਦਾ ਵਰਡ ਹੈ। ਕਿਹੜੀ ਲੈਂਗੁਏਜ ਦਾ ਵਰਡ ਹੈ ਬੱਚੇ? ਯੂਨਾਨੀ ਲੈਂਗੁਏਜ ਦਾ ਇਹ ਵਰਡ ਹੈ। ਕਿਹੜੀ ਲੈਂਗੁਏਜ ਦਾ? ਯੂਨਾਨੀ ਲੈਂਗੁਏਜ ਦਾ ਇਹ ਵਰਡ ਹੈ। ਯਾਨੀ ਯੂਨਾਨੀ ਕਹਿ ਲਓ, ਜਾਂ ਤੁਹਾਡੇ ਕੋਲੇ ਪੇਪਰ 'ਚ ਲਿਖਿਆ ਆ ਸਕਦਾ ਕਿ ਇਹ ਗ੍ਰੀਕ ਲੈਂਗੁਏਜ ਦਾ ਵਰਡ ਹੈ। ਹਿਸਟੋਰੀਆ ਤੋਂ ਲਿਆ ਗਿਆ, ਯਾਨੀ ਹਿਸਟੋਰੀਆ ਤੋਂ ਹੀ ਕੀ ਬਣਿਆ? ਹਿਸਟਰੀ ਬਣੀ ਹੈ। ਹਿਸਟੋਰੀਆ ਤੋਂ ਹੀ ਕੀ ਬਣੀ ਹੈ? ਹਿਸਟਰੀ ਬਣੀ ਹੈ, ਜਿਸ ਦਾ ਅਰਥ ਕੀ ਹੈ ਕਿ ਭੂਤਕਾਲ ਦਾ ਗਿਆਨ। ਜਿਹਦਾ ਅਰਥ ਕੀ ਹੈ ਬੱਚੇ? ਭੂਤਕਾਲ ਦਾ ਗਿਆਨ ਕਰਨਾ, ਯਾਨੀ ਹਿਸਟਰੀ ਬਾਰੇ ਆਪਾਂ ਪੜ੍ਹਨਾ, ਜਿਹੜੀਆਂ ਘਟਨਾਵਾਂ ਪਹਿਲਾਂ ਘਟੀਆਂ ਨੇ ਉਹਦੇ ਬਾਰੇ ਪੜ੍ਹਨਾ। ਤੇ ਹੁਣ ਜੇ ਆਪਾਂ ਪੰਜਾਬੀ ਵਿੱਚ ਇਹਨੂੰ ਕੀ ਲਿਖਦੇ ਹਾਂ? ਪੰਜਾਬੀ ਵਿੱਚ ਆਪਾਂ ਇਹਨੂੰ ਲਿਖਦੇ ਹਾਂ ਇਤਿਹਾਸ। ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕੀ ਲਿਖਦੇ ਹਾਂ ਜੀ? ਪੰਜਾਬੀ ਦੇ ਵਿੱਚ ਆਪਾਂ ਇਹਨੂੰ ਲਿਖਦੇ ਹਾਂ ਇਤਿਹਾਸ, ਲਿਖਦੇ ਹਾਂ। ਕਲੀਅਰ ਹੈ? ਇਹ ਇਤਿਹਾਸ ਜਿਹੜਾ ਵਰਡ ਹੈ ਇਹ ਕਹਿੰਦੇ ਹੈ ਕਿ ਜਿਹੜੀ ਪੰਜਾਬੀ ਤੋਂ ਪਹਿਲਾਂ ਜਿਹੜੀ ਲੈਂਗੁਏਜ ਸੀ, ਜਿਹਦਾ ਨਾਮ ਕੀ ਸੀਗਾ? ਸੰਸਕ੍ਰਿਤ। ਠੀਕ ਹੈ। ਆਪਣੇ ਗੁਰੂ ਪੀਰਾਂ ਨੇ ਵੀ ਆ ਸੰਸਕ੍ਰਿਤ ਲੈਂਗੁਏਜ ਨੂੰ ਸਟੱਡੀ ਕਰਿਆ ਹੈ, ਠੀਕ ਹੈ। ਤਾਂ ਸੰਸਕ੍ਰਿਤ ਜਿਹੜੀ ਲੈਂਗੁਏਜ ਹੈ ਉਹਦੇ ਤੋਂ ਨਿਕਲ ਕੇ ਆਇਆ। ਸੰਸਕ੍ਰਿਤ ਲੈਂਗੁਏਜ ਦਾ ਮਤਲਬ ਇਤਿਹਾਸ ਜਿਹੜਾ ਸੰਸਕ੍ਰਿਤ ਵਰਡ ਹੈ, ਸੰਸਕ੍ਰਿਤ ਦਾ ਵਰਡ ਹੈ। ਕਲੀਅਰ ਹੈ ਨਹੀਂ ਗੱਲ? ਤੇ ਇਹ ਇੱਕ ਸਮਾਸ ਹੈ। ਕੀ ਹੈ? ਇੱਕ ਸਮਾਸ ਹੈ। ਹਿੰਦੀ ਵਿੱਚ ਜਿਹੜੇ ਸਮਾਸ ਪੜ੍ਹਦੇ ਹੋ, ਠੀਕ ਹੈ, ਸੰਸਕ੍ਰਿਤ ਦੇ ਸਮਾਸ ਤੋਂ ਲਿਆ ਗਿਆ। ਕਲੀਅਰ ਹੈ? ਸੰਸਕ੍ਰਿਤ ਦੇ ਸਮਾਸ ਤੋਂ ਲੈ ਗਿਆ। ਸਮਾਸ ਤੋਂ ਕੀ ਬਣਿਆ? ਇਤਿਹਾਸ। ਤੇ ਇਸ ਸਮਾਸ ਦਾ ਵੀ ਮੀਨਿੰਗ ਤੁਸੀਂ ਲਿਖੋਗੇ ਇਤੀ ਪਲਸ ਹਾਸ, ਐਵੇਂ ਲਿਖਿਆ ਹੁੰਦਾ ਹਿੰਦੀ ਦੇ ਵਿੱਚ ਜਾਂ ਫਿਰ ਸੰਸਕ੍ਰਿਤ ਦੇ ਵਿੱਚ। ਤੋਂ ਇਹਦੇ ਤੋਂ ਆਇਆ, ਯਾਨੀ ਇਹਦੇ ਤੋਂ ਬਣਿਆ, ਠੀਕ ਹੈ। ਸੰਸਕ੍ਰਿਤ ਦਾ ਇੱਕ ਸਮਾਸ ਹੈ ਜਿਹਦਾ ਨਾਮ ਇਤੀ ਪਲਸ ਹਾਸ, ਠੀਕ ਹੈ। ਇਹਦੇ ਤੋਂ ਕੀ ਬਣਿਆ? ਇਤਿਹਾਸ ਬਣਿਆ ਹੈ। ਕਲੀਅਰ ਹੈ? ਸੰਸਕ੍ਰਿਤ ਵਰਡ ਤੋਂ। ਹੁਣ ਇੱਕ ਚੀਜ਼ ਇੱਥੇ ਤੁਸੀਂ ਨੋਟਿਸ ਕਰੋ, ਇਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਜੇ ਆਪਾਂ ਪੰਜਾਬੀ ਵਿੱਚ ਲਿਖੀਏ ਤਾਂ ਆਪਾਂ ਐਵੇਂ ਕਹਿੰਦੇ ਆ ਨਾ ਕਿ ਜੇ ਆਪਣੀ ਕੋਲ ਪਾਸਟ ਦੇ ਵਿੱਚ ਕੋਈ ਵੀ ਘਟਨਾ ਹੋ ਜੇ ਤਾਂ ਆਪਾਂ ਲਿਖਦੇ ਹਾਂ ਕਿ ਇੰਜ ਹੋਇਆ ਸੀਗਾ, ਹਨਾ। ਤੇ ਇਹਦਾ ਮੀਨਿੰਗ ਵੀ ਹੈਗਾ ਹੈ ਜੀ ਇੰਜ ਹੋਇਆ ਸੀਗਾ। ਕੀ ਹੈਗਾ ਜੀ? ਇੰਜ ਹੋਇਆ ਸੀ। ਕਲੀਅਰ ਹੈ? ਸਮਝ ਆ ਗਈ ਹੋਗੀ ਇੰਨੀ ਗੱਲ ਤੁਹਾਨੂੰ, ਠੀਕ ਹੈ। ਉਸ ਤੋਂ ਬਾਅਦ ਦੇਖੋ, ਇਹ ਭੂਤਕਾਲ ਦਾ ਹੀ ਵਰਣਨ ਕਰਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਹਿਸਟੋਰੀਆ ਵਰਡ ਹੈ, ਉਦਾਂ ਹੀ ਕੀ ਵਰਡ ਹੈ? ਇਤਿਹਾਸ ਵਰਡ ਹੈ। ਹੁਣ ਮਨੁੱਖੀ ਜੀਵਨ ਦੇ ਜੇ ਆਪਾਂ ਗੱਲ ਕਰੀਏ ਤਾਂ ਮਨੁੱਖੀ ਜੀਵਨ ਦੇ ਵੈਸੇ ਤਾਂ ਦੇਖੋ 3 ਟਾਈਪਸ ਕਹਿੰਦੇ ਆ ਕਿ ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਤੇ ਹਿਸਟਰੀ। ਵੈਸੇ ਤਾਂ 3 ਹੁੰਦੇ ਆ, ਬਟ ਆਪਾਂ ਇੱਥੇ ਬੱਚੇ 2 ਹੀ ਚੀਜ਼ਾਂ ਦਾ ਜ਼ਿਕਰ ਕਰਾਂਗੇ। ਇੱਕ ਤਾਂ ਪ੍ਰੀ ਹਿਸਟੋਰਿਕ ਪੀਰੀਅਡ ਦਾ ਤੇ ਇੱਕ ਹਿਸਟੋਰਿਕ ਪੀਰੀਅਡ ਦਾ, ਠੀਕ ਹੈ। ਆਪਾਂ ਸਿਰਫ ਔਰ ਸਿਰਫ 2 ਹੀ ਚੀਜ਼ਾਂ ਦਾ ਵਰਣਨ ਕਰਾਂਗੇ ਇੱਥੇ, ਇੱਕ ਪ੍ਰੀ ਹਿਸਟੋਰਿਕ ਤੇ ਇੱਕ ਹਿਸਟੋਰਿਕ, ਜੋ ਕਿ ਇੰਪੋਰਟੈਂਟ ਹੈ। ਜਿਹੜਾ ਪ੍ਰੋਟੋ ਹਿਸਟਰੀ ਦਾ ਵਰਡ ਹੈ, ਪ੍ਰੋਟੋ ਹਿਸਟਰੀ ਹਿਸਟੋਰਿਕ ਤੋਂ ਹੀ ਨਿਕਲਿਆ, ਹਿਸਟੋਰਿਕ ਪੀਰੀਅਡ ਤੋਂ ਹੀ ਨਿਕਲਿਆ। ਤੁਹਾਨੂੰ ਦੱਸਾਂਗੇ ਕਿਵੇਂ, ਠੀਕ ਹੈ। ਤਾਂ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਮਨੁੱਖੀ ਜੀਵਨ ਦੇ ਜਿੰਨੇ ਵੀ ਕਾਲ ਹੋਏ ਨੇ, ਲੰਬੇ ਕਾਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਕਈ ਜਗ੍ਹਾ ਤੇ ਤੁਹਾਨੂੰ 2 ਲਿਖਿਆ ਮਿਲੂਗਾ, ਕਈ ਜਗ੍ਹਾ ਤੇ ਤੁਹਾਨੂੰ 3 ਲਿਖਿਆ ਮਿਲੂਗਾ। ਤੇ 2 ਵਰਡ ਕਿਹੜੇ ਕਿਹੜੇ ਆਪਾਂ ਕਹਿੰਦੇ ਆ ਕਿ ਪੂਰਵ ਇਤਿਹਾਸ ਕਾਲ, ਪੂਰਵ ਇਤਿਹਾਸ ਕਾਲ, ਪੂਰਵ ਇਤਿਹਾਸ ਕਾਲ, ਠੀਕ ਹੈ, ਪੂਰਵ ਇਤਿਹਾਸ ਕਾਲ। ਤੇ ਇੱਕ ਜਿਹੜੀ ਹੈਗੀ ਹੈ ਉਹ ਆਪਾਂ ਕਹਿੰਦੇ ਇਤਿਹਾਸਿਕ ਕਾਲ। ਕੀ? ਇਤਿਹਾਸਿਕ ਕਾਲ। ਤੇ ਉਹੀ ਉੱਦਾਂ ਹੀ ਇੰਗਲਿਸ਼ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੂਰਵ ਇਤਿਹਾਸ ਕਾਲ ਨੂੰ ਸਟੂਡੈਂਟਸ ਕਹਿ ਦਿੰਦੇ ਹੈ ਪ੍ਰੀ ਹਿਸਟੋਰਿਕ ਪੀਰੀਅਡ। ਕੀ ਕਹਿ ਦਿੰਦੇ ਹੈ? ਪ੍ਰੀ ਹਿਸਟੋਰਿਕ ਪੀਰੀਅਡ। ਕੀ ਕਹਿ ਦਿੰਦੇ ਹੈ? ਪ੍ਰੀ ਹਿਸਟੋਰਿਕ ਪੀਰੀਅਡਸ, ਠੀਕ ਹੈ। ਉੱਦਾਂ ਹੀ ਇਹਨੂੰ ਕਹਿ ਦਿੰਦੇ ਆ ਹਿਸਟੋਰਿਕ ਪੀਰੀਅਡ। ਤੇ ਇੱਥੇ ਵਿੱਚ ਤੁਸੀਂ ਇੱਕ ਲਾ ਲਓ, ਕੀ ਕਹਿ ਦਿੰਦੇ ਆ ਇਹਨੂੰ?
मतलब कि इन्हां दोवां दे विच दा जे ਜਿਹੜੇ ਤਿੰਨ ਕਹਿੰਦੇ ਆ ਉਹ ਕਹਿ ਦਿੰਦੇ ਕਿ ਇੱਕ ਹੈ ਜੀ ਪ੍ਰੋਟੋ ਹਿਸਟਰੀ। ਉਹ ਕੀ ਹੈ? ਪ੍ਰੋਟੋ ਹਿਸਟਰੀ। ਇਹਨਾਂ ਦੋਨਾਂ ਦੇ ਮਿਡ ਦਾ ਟਾਈਮ, ਇਹਨਾਂ ਦੋਨਾਂ ਦੇ ਵਿੱਚ ਦਾ ਟਾਈਮ ਜਿਹੜਾ ਹੈ ਉਹਨੂੰ ਪ੍ਰੋਟੋ ਹਿਸਟਰੀ ਕਹਿੰਦੇ। ਦੇਖੋ ਹੁਣ ਆਪਾਂ ਚਲੋ ਤੁਹਾਨੂੰ ਥੋੜਾ ਥੋੜਾ ਜ਼ਿਕਰ ਤਿੰਨਾਂ ਦਾ ਕਰ ਦਿੰਦੇ ਆ, ਪ੍ਰੀ ਹਿਸਟੋਰਿਕ ਪੀਰੀਅਡ ਦਾ, ਹਿਸਟੋਰਿਕ ਪੀਰੀਅਡ ਦਾ ਤੇ ਪ੍ਰੋਟੋ ਹਿਸਟਰੀ ਦਾ ਕਰ ਦਿੰਦੇ ਆ ਤੁਹਾਨੂੰ ਜ਼ਿਕਰ। ਦੇਖੋ ਪੂਰਵ ਇਤਿਹਾਸ ਕਾਲ ਯਾਨੀ ਪ੍ਰੀ ਹਿਸਟੋਰਿਕ ਪੀਰੀਅਡ ਕੀ ਸੀਗਾ? ਪ੍ਰੀ ਹਿਸਟੋਰਿਕ ਪੀਰੀਅਡ ਸੀਗਾ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਕੁਝ ਚੀਜ਼ਾਂ ਮਿਲੀਆਂ, ਜਿੱਦਾਂ ਕੁਝ ਪੱਥਰ ਮਿਲ ਗਏ, ਯਾਨੀ ਕਿ ਸਟੋਨ ਸਾਰਾ ਦਾ ਸਾਰਾ ਕਿਹਦੇ ਵਿੱਚ ਆਉਂਦਾ ਹੈ? ਪ੍ਰੀ ਹਿਸਟੋਰਿਕ ਪੀਰੀਅਡ ਦੇ ਵਿੱਚ ਆਉਂਦਾ। ਜਿੱਦਾਂ ਆਪਾਂ ਨੂੰ ਕੁਝ ਪੱਥਰ ਮਿਲ ਗਏ ਜਾਂ ਕੁਝ ਮਿਲ ਗਏ, ਯਾਨੀ ਕਿ ਕੁਝ ਚੀਜ਼ਾਂ ਮਿਲ ਗਈਆਂ ਜਿਨ੍ਹਾਂ ਨੂੰ ਦੇਖ ਕੇ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਜਿੱਦੋਂ ਕਿ ਆਪਾਂ ਦੇਖਦੇ ਹਾਂ ਕਿ ਹੜੱਪਾ ਸਭਿਅਤਾ, ਉੱਥੋਂ ਮਿੱਟੀ ਦਾ ਹੱਲ ਮਿਲ ਗਿਆ, ਠੀਕ ਹੈ, ਕਿਤੋਂ ਚੂੜੀਆਂ ਮਿਲ ਗਈਆਂ, ਵੀ ਆਪਾਂ ਸੋਚ ਸਕਦੇ ਕਿ ਇਸ ਟਾਈਮ ਤੇ ਲੋਕ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਸੀਗੇ, ਯਾਨੀ ਕਿ ਆਪਾਂ ਨੂੰ ਲਿਖਤੀ ਰੂਪ ਵਿੱਚ ਕੁਝ ਵੀ ਨਹੀਂ ਮਿਲਿਆ। ਤੇ ਪ੍ਰੋਟੋ ਹਿਸਟਰੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਲਿਖੀਆਂ ਹੋਈਆਂ ਚੀਜ਼ਾਂ ਤਾਂ ਮਿਲੀਆਂ ਪਰ ਆਪਾਂ ਨੂੰ ਉਹਨਾਂ ਦੀ ਲਿਪੀ ਨਹੀਂ ਮਿਲੀ, ਯਾਨੀ ਆਪਾਂ ਨੂੰ ਉਹਨਾਂ ਦਾ ਲਿਖਣ ਜਾਂ ਪੜ੍ਹਨ ਦਾ, ਲਿਖੀਆਂ ਹੋਈਆਂ ਤਾਂ ਮਿਲੀਆਂ, ਆਪਾਂ ਨੂੰ ਪੜ੍ਹ ਨਹੀਂ ਸਕੇ। ਉਹ ਕਿਹਦੇ ਵਿੱਚ ਆਉਂਦੇ ਆ? ਪ੍ਰੋਟੋ ਹਿਸਟਰੀ ਦੇ ਵਿੱਚ ਆਉਂਦੇ ਆ। ਤੇ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ, ਹਿਸਟਰੀ ਵਿੱਚ ਆ ਜਾਂਦਾ ਹੈ ਕਿ ਭਾਈ ਜਿਹੜੀਆਂ ਚੀਜ਼ਾਂ ਐਵੇਂ ਦੀਆਂ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਲਿਖਤੀ ਰੂਪ ਵਿੱਚ ਮਿਲਿਆ ਵੀ ਹੈ ਤੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹਾਂ, ਉਹ ਕਿਹਦੇ ਵਿੱਚ ਆਉਂਦੀਆਂ? ਇਤਿਹਾਸਿਕ ਕਾਲ ਯਾਨੀ ਹਿਸਟੋਰਿਕ ਪੀਰੀਅਡ ਦੇ ਵਿੱਚ ਆਉਂਦੀਆਂ ਨੇ। ਸਮਝ ਆ ਗਈ ਇੰਨੀ ਗੱਲ? ਠੀਕ ਹੈ, ਆ ਤਾਂ ਮੈਂ ਦੱਸਤਾ ਕਿ ਵੀ ਕੀ ਸੀਗਾ। ਕਲੀਅਰ ਹੈ ਇੰਨੀ ਗੱਲ? ਹੁਣ ਇਤਿਹਾਸ ਦੇ ਸਰੋਤ ਕੀ ਨੇ? ਇਤਿਹਾਸ ਦੇ ਸਰੋਤ ਕੀ ਨੇ ਯਾਨੀ ਸੋਰਸਿਸ ਆਫ ਹਿਸਟਰੀ ਕੀ ਨੇ? ਇਤਿਹਾਸ ਦੇ ਸਰੋਤ ਕੀ ਨੇ? ਠੀਕ ਹੈ, ਤੇ ਸੋਰਸਿਸ ਆਫ ਹਿਸਟਰੀ ਕੀ ਨੇ? ਦੇਖੋ ਬੱਚੇ, ਸੋਰਸਿਸ ਆਫ ਹਿਸਟਰੀ ਤੋਂ ਹੀ ਪੰਜਾਬ ਦੀਆਂ ਚੀਜ਼ਾਂ ਆਪਾਂ ਨੂੰ ਪਤਾ ਲੱਗਣਗੀਆਂ ਕਿ ਕਿਹੜੇ ਸਥਾਨ ਤੋਂ ਕੀ ਕੁਝ ਮਿਲਿਆ ਸੀਗਾ। ਜਿੱਦਾਂ ਕਿ ਇੰਡੀਅਨ ਹਿਸਟਰੀ ਸ਼ੁਰੂ ਕਰਦੇ ਕਿ ਹੜੱਪਾ ਸਭਿਅਤਾ ਤੋਂ ਆਹ ਚੀਜ਼ਾਂ ਮਿਲੀਆਂ ਸੀਗੀਆਂ, ਉੱਦਾਂ ਹੀ ਆਪਾਂ ਪੰਜਾਬ ਦੀ ਹਿਸਟਰੀ ਸ਼ੁਰੂ ਕਰਦੇ ਹਾਂ, ਪ੍ਰੀ ਹਿਸਟਰੀ ਸ਼ੁਰੂ ਕਰਦੇ ਹਾਂ ਕਿ ਇੱਥੋਂ ਦੇਖੋ ਸਟੋਨ ਯੁੱਗ ਸ਼ੁਰੂ ਹੋਇਆ ਸੀ। ਮਨੁੱਖੀ ਸਭਿਅਤਾ ਦਾ ਸਭ ਤੋਂ ਪੁਰਾਣਾ ਯੁੱਗ ਸਟੋਨ ਯੁੱਗ ਮੰਨਿਆ ਜਾਂਦਾ ਹੈ, ਜੋ ਪ੍ਰੀ ਹਿਸਟਰੀ ਦੇ ਵਿੱਚ ਆਉਂਦਾ ਹੈ। ਤੇ ਆਹ ਪੰਜਾਬ ਦੀਆਂ ਚੀਜ਼ਾਂ ਨੇ, ਪੰਜਾਬ ਤੋਂ ਇੱਥੋਂ ਆਹ ਕੁਝ ਮਿਲਿਆ ਸੀ। ਮੈਕਸੀਮਮ ਜਿਹੜੇ ਚੀਜ਼ਾਂ ਸੀ ਉਹ ਤਾਂ ਚਲੀਆਂ ਗਈਆਂ, ਜਿਹੜੇ ਪਲੇਸਿਸ ਸੀਗੇ ਉਹ ਤਾਂ ਚਲੇ ਗਏ ਪਾਕਿਸਤਾਨ ਦੇ ਵਿੱਚ। ਫਿਰ ਵੀ ਜਿਹੜੇ ਹਿਸਟੋਰੀਅਨ ਨੇ ਉਹ ਕੁਝ ਇੱਕ ਸਥਾਨ ਆਪਾਂ ਨੂੰ ਦੱਸ ਰਹੇ ਨੇ, ਜਿੱਦਾਂ ਕਿ ਰੋਪੜ ਹੈ, ਰੋਪੜ ਆਪਣੇ ਕੋਲ ਹੈ, ਰੋਪੜ ਹੜੱਪਾ ਸਭਿਅਤਾ ਦਾ ਇੱਕ ਸਥਾਨ ਮੰਨਿਆ ਜਾਂਦਾ ਜਿੱਥੋਂ ਕਾਫੀ ਕੁਝ ਦੇਖਣ ਨੂੰ ਆਪਾਂ ਨੂੰ ਮਿਲਿਆ। ਤੇ ਉਹ ਚੀਜ਼ਾਂ ਆਪਾਂ ਪੰਜਾਬ ਨਾਲ ਰਿਲੇਟ ਕਰਕੇ ਵਧੀਆ ਤਰੀਕੇ ਨਾਲ ਪੜਾਂਗੇ। ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਸਰੋਤ ਦੀ ਯਾਨੀ ਸੋਰਸਿਸ ਆਫ ਇੰਡੀਆ ਦੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੁਰਾਤਤਵ ਸਰੋਤ ਯਾਨੀ ਕਿ ਪੁਰਾਤਤਵ ਸਰੋਤ। ਠੀਕ ਹੈ, ਪੁਰਾਤਤਵ ਸਰੋਤ यानी कि आर्कियोलॉजिकल सोर्सिस। ठीक है, आर्कियोलॉजिकल सोर्सिस। तो ये की हो सकता है? पुरातत्व स्रोत ਤੁਹਾਡੇ ਕੋਲ एक पेपर च पूछा जाए कि इन्हां विचों दसो किहड़े आर्कियोलॉजिकल सोर्सिस के एग्जाम्पल ने, पुरातत्व स्रोत के एग्जाम्पल ने। तो की हो सकता है? देखो जिद्दां कि इमारतां हो गई पुरानियां, आपां देख के ला सकते कि ये उस राजे दी सीगी, ओहदी सीगी। ठीक है, कुछ यादगार चीज़ां जिद्दां कि किले हो गए, ठीक है, किले हो गए, स्मारक हो गए, शिलालेख हो गए, जिद्दां अशोक दे शिलालेख पढ़ते, अशोक महाराज सीगा ओहदे शिलालेख पढ़ते हैं। तो ये सारियां चीज़ां जिहड़ियां ने ये किहदे विच आउंदियां ने? पुरातत्व आर्कियोलॉजिकल सोर्सिस दे विच आउंदियां ने। किहदे विच आउंदियां ने? आर्कियोलॉजिकल सोर्सिस दे विच आउंदियां ने। उस तो बाद बच्चे आपां गल करदे हां किहदी? साहित्यिक स्रोतां दी। किहदी गल करदे हां? साहित्यिक स्रोतां दी। साहित्यिक स्रोत, साहित्यिक स्रोत किहदी गल करदे हां जी? साहित्यिक स्रोत। साहित्यिक स्रोत यानी लिटरेरी सोर्सिस किहड़े-किहड़े ने? लिटरेरी सोर्सिस जिहड़े ने वो किहड़े-किहड़े ने? लिटरेरी सोर्सिस दी बच्चे आपां गल करिए जिहड़े साहित्यिक ने, जिद्दां कि कुछ मतलब कि कहते हैं कि भी लिटरेरी सोर्सिस दे विच आपां BC वर्ड यूज़ करते सी। BC की है? बिफोर क्रिस्ट, यानी कि आपां डेट्स जड़ियां ने वो क्रिस्ट दे बर्थ तो जड़ियां मतलब हुई ने पहलां दियां ने उन्होंने उल्टा पढ़ते हैं। ये की हो गए? लिटरेरी सोर्सिस हो गए। ठीक है, इतिहास विच जड़ियां तरीका ने आपां जिहड़ा ईसू मसीह का जन्म है, ईसू मसीह का जन्म है ਉਹਦੇ ਤੋਂ ਲੈ ਕੇ ਪੁੱਠੀਆਂ ਪੜ੍ਹਦੇ ਆ। ਇਹ ਕੀ ਨੇ? ਲਿਟਰੇਰੀ ਸੋਰਸਿਸ ਨੇ। ਕੀ ਨੇ ਬੱਚੇ? ਲਿਟਰੇਰੀ ਸੋਰਸਿਸ ਨੇ, ਸਾਹਿਤਿਕ ਸਰੋਤ ਨੇ ਕਿ ਈਸੂ ਮਸੀਹ ਨਾਮ ਦਾ ਕੋਈ ਪਰਸਨ ਸੀਗਾ। ਠੀਕ ਹੈ, ਉਹਦੇ ਜਨਮ ਤੋਂ ਆਪਾਂ ਡੇਟਸ ਨੂੰ ਕਾਊਂਟ ਕਰਦੇ ਹਾਂ ਤੇ ਡੇਟਸ ਨੂੰ ਆਪਾਂ ਕੀ ਕਾਊਂਟ ਕਰਦੇ ਹਾਂ? ਪੁੱਠਾ, ਯਾਨੀ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਹੋਈਆਂ ਸੀਗੀਆਂ
ठीक है, ਜਿਹੜੀਆਂ ਚੀਜ਼ਾਂ ਪਹਿਲਾਂ ਵਾਪਰੀਆਂ ਨੇ ਉਹਨਾਂ ਨੂੰ ਤਾਂ ਪਹਿਲਾਂ ਦੀਆਂ ਡੇਟਸ ਵਿੱਚ ਲਿਖਿਆ ਜਾਣਾ ਚਾਹੀਦਾ ਨਾ, ਉਹਨਾਂ ਨੂੰ ਆਪਾਂ ਲਿਖਦੇ ਆ ਬਾਅਦ 'ਚ। ਠੀਕ ਹੈ, ਉਹਨਾਂ ਨੂੰ ਕੀ ਲਿਖਦੇ ਆ ਆਪਾਂ ਬਾਅਦ 'ਚ ਲਿਖਦੇ ਆ। ਠੀਕ ਹੈ, ਕਲੀਅਰ ਹੈ ਇੰਨੀ ਗੱਲ, ਸਮਝ ਆਈ। ਇਹ ਕੁਝ ਚੀਜ਼ਾਂ ਨੇ, ਕੁਝ ਮਹੱਤਵਪੂਰਨ ਸ਼ਬਦਾਵਲੀ ਹੈ ਜਿਨ੍ਹਾਂ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਯਾਦ ਰੱਖਣੀ ਹੈ, ਜਿੱਦਾਂ ਕਿ BC ਹੋ ਗਿਆ, ਬਿਫੋਰ ਕ੍ਰਿਸਟ, ਯਾਨੀ ਕਿ ਕ੍ਰਿਸਟ ਦੇ ਜਨਮ ਤੋਂ ਪਹਿਲਾਂ। ਆਪਾਂ AD ਪੜਾਂਗੇ ਤਾਂ AD ਦਾ ਮਤਲਬ ਹੁੰਦਾ ਹੈ ਐਨੋ ਡੋਮਿਨੀ। ਕੀ ਹੁੰਦਾ ਜੀ? ਐਨੋ ਡੋਮਿਨੀ। ਠੀਕ ਹੈ, ਉੱਦਾਂ ਹੀ CE ਦਾ ਮੀਨਿੰਗ ਤੁਸੀਂ ਇੱਥੇ ਪੜੋਗੇ ਕੋਮਨ ਈਰਾ। ਕੀ ਪੜੋਗੇ ਜੀ? ਕੋਮਨ ਈਰਾ। ਉੱਦਾਂ ਹੀ BCE ਦਾ ਮਤਲਬ ਹੁੰਦਾ ਇੱਥੇ ਬਿਫੋਰ ਕੋਮਨ ਈਰਾ। ਆਹ ਵਰਡਿੰਗ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਬਿਫੋਰ ਕੋਮਨ ਈਰਾ ਤੁਸੀਂ ਕੀ ਪੜੋਗੇ? ਬਿਫੋਰ ਕੋਮਨ ਈਰਾ। ਉੱਦਾਂ ਹੀ ਅੱਗੇ ਹੈ ਜੀ ਆਪਣੇ ਕੋਲੇ BP ਤੋਂ ਬੱਚੇ ਤੁਸੀਂ ਪੜੋਗੇ ਬਿਫੋਰ ਪ੍ਰੈਜ਼ੈਂਟ, ਯਾਨੀ ਕਿ ਇਸ ਟਾਈਮ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਹੋ ਚੁੱਕੀਆਂ ਨੇ ਉਹ ਤੁਸੀਂ ਪੜੋਗੇ ਬਿਫੋਰ ਪ੍ਰੈਜ਼ੈਂਟ, ਯਾਨੀ ਕਿ ਆਹ ਵਰਡਿੰਗ ਤੁਸੀਂ ਵਧੀਆ ਤਰੀਕੇ ਨਾਲ ਯਾਦ ਰੱਖਣੀ ਹੈ। ਠੀਕ ਹੈ, ਕਲੀਅਰ ਹੈ। ਹੁਣ ਮੇਨਲੀ ਸੋਰਸਿਸ ਆਫ ਇੰਡੀਅਨ ਹਿਸਟਰੀ ਦੇ ਵਿੱਚ ਆਪਾਂ ਹੋਰ ਕੀ ਪੜ੍ਹ ਸਕਦੇ ਹਾਂ, ਯਾਨੀ ਕਿ ਸਾਹਿਤਿਕ ਸਰੋਤਾਂ ਦੇ ਵਿੱਚੋਂ ਜਿੱਦਾਂ ਧਾਰਮਿਕ ਸਾਹਿਤ ਹੋ ਗਏ। ਠੀਕ ਹੈ, ਇਤਿਹਾਸਿਕ ਅਤੇ ਅਰਧ ਇਤਿਹਾਸਿਕ ਸਰੋਤ ਹੋ ਗਏ, ਪੁਰਾਤਤਵ ਸੰਬੰਧੀ ਸਮੱਗਰੀ ਹੋ ਗਈ, ਵਿਦੇਸ਼ੀਆਂ ਦੇ ਬ੍ਰਿਤਾਂਸ਼, ਯਾਨੀ ਕਿ ਜਿੱਦਾਂ ਕਿ ਵਾਸਕੋ ਡੀ ਗਾਮਾ ਆਇਆ ਸੀਗਾ, ਹੋਰ ਵਿਦੇਸ਼ੀ ਆਇਆ ਸੀ, ਉਹਨਾਂ ਨੇ ਫਿਰ ਜਾ ਕੇ ਆਪਦੀਆਂ ਪੁਸਤਕਾਂ ਲਿਖਦੀਆਂ, ਕਿਤਾਬਾਂ ਲਿਖਤੀਆਂ ਤੇ ਉਹਦੇ ਵਿੱਚ ਦਰਸਾ ਦਿੱਤਾ, ਹੈ ਨਾ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਧਾਰਮਿਕ ਸਾਹਿਤ ਦੀ, ਕਿ ਆਪਾਂ ਨੂੰ ਕਿੱਥੋਂ ਪਤਾ ਲੱਗਦਾ? ਧਾਰਮਿਕ ਸਾਹਿਤਾਂ ਤੋਂ ਪਤਾ ਲੱਗਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਧਾਰਮਿਕ ਸਾਹਿਤ ਦੀ, ਕਿ ਕੀ ਪਤਾ ਲੱਗਦਾ। ਠੀਕ ਹੈ, ਹੁਣ ਜਿਹੜੇ ਧਾਰਮਿਕ ਸਾਹਿਤ ਹੋਏ ਨੇ ਉਹਨਾਂ ਦੀ ਸਭ ਤੋਂ ਪਹਿਲਾਂ ਆਪਣੇ ਆਉਂਦੇ ਵੇਦ। ਵੈਰੀ ਇੰਪੋਰਟੈਂਟ ਹੈ, ਪੇਪਰ 'ਚ ਕੁਐਸਚਨ ਪੁੱਛਿਆ ਜਾ ਸਕਦਾ ਹੈ। ਵੇਦ ਯਾਨੀ ਵੇਦਾਸ, ਵੇਦ ਯਾਨੀ ਵੇਦਾਸ। ਵੇਦਾਸ ਦੀ ਆਪਾਂ ਗੱਲ ਕਰੀਏ ਤਾਂ ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਗਿਆਨ ਯਾਨੀ ਨੋਲੇਜ। ਵੇਦ ਦਾ ਅਰਥ ਕੀ ਹੈ? ਗਿਆਨ ਯਾਨੀ ਨੋਲੇਜ ਲੈਣਾ, ਗਿਆਨ ਯਾਨੀ ਨੋਲੇਜ। ਕਲੀਅਰ ਹੈ। ਸਭ ਤੋਂ ਪ੍ਰਾਚੀਨ ਤੁਹਾਡੇ ਕੋਲੋਂ ਪੁੱਛਿਆ ਜਾਏ ਕਿ ਭਾਰਤ ਦੇ ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ਕਿਹੜੇ ਨੇ? ਭਾਰਤ ਦੇ ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ, ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ਕਿਹੜੇ ਨੇ ਤੁਹਾਡੇ ਤੋਂ ਪੁੱਛਿਆ ਜਾਏ ਤਾਂ ਤੁਸੀਂ ਕੀ ਦੱਸੋਗੇ ਜੀ? ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ਹੈਗੇ ਆ ਜੀ ਆਪਣੇ ਵੇਦ। ਕਲੀਅਰ ਹੈ, ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ਹੈਗੇ ਆਪਣੇ ਵੇਦ। ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਰਚਨਾ ਕਿਹਨੇ ਕੀਤੀ ਸੀ? ਵੇਦ ਵਿਆਸ ਨੇ। ਵੈਰੀ ਇੰਪੋਰਟੈਂਟ ਆ ਵੀ, ਵੇਦਾਂ ਦੀ ਰਚਨਾ ਕਿਹਨੇ ਕੀਤੀ ਸੀ? ਵੇਦ ਵਿਆਸ ਨੇ ਕੀਤੀ ਸੀ। ਕਿਹਨੇ ਕੀਤੀ ਸੀ ਜੀ? ਵੇਦ ਵਿਆਸ ਨੇ। ਕਿਹਨੇ ਕੀਤੀ ਸੀ? ਵੇਦ ਵਿਆਸ ਨੇ ਵੇਦਾਂ ਦੀ ਰਚਨਾ ਕੀਤੀ ਸੀ। ਕਹਿੰਦੇ ਹੈ ਕਿ 1600 ਤੋਂ ਲੈ ਕੇ 500 ਈਸਾ ਪੂਰਵ। ਹੁਣ ਤੁਹਾਨੂੰ ਸਮਝ ਆ ਗਈ ਹੋਗੀ ਕਿ ਬਿਫੋਰ ਕ੍ਰਿਸਟ ਕੀ ਸੀਗਾ, ਇੱਥੇ ਸਮਝ ਆ ਗਈ ਹੋਗੀ। 16 ਤੋਂ 500 ਲਿਖਿਆ, ਆਪਾਂ ਕੀ ਲਿਖਦੇ ਹਾਂ? 500 ਤੋਂ 16। ਹੁਣ ਆਹ ਟਾਈਮ ਪੀਰੀਅਡ ਜਿਹੜਾ ਆ ਪਹਿਲਾਂ ਦਾ, ਆ ਬਾਅਦ ਦਾ ਹੈ। ਹਾਲਾਂਕਿ ਹੁਣ ਆ ਬਾਅਦ ਦਾ ਚਾਹੀਦਾ ਤੇ ਆ ਪਹਿਲਾਂ ਦਾ ਹੋਣਾ ਚਾਹੀਦਾ, ਬਟ ਉਲਟਾ ਆਪਾਂ ਬਿਫੋਰ ਕ੍ਰਿਸਟ ਤੋਂ ਪਹਿਲਾਂ ਯਾਨੀ ਈਸਾ ਪੂਰਵ ਜਿਹਨੂੰ ਕਹਿੰਦੇ ਆ, ਬਿਫੋਰ ਕ੍ਰਿਸਟ ਜਿਹਨੂੰ ਕਹਿੰਦੇ ਆ, ਈਸਾ ਮਸੀਹ ਤੋਂ ਜਨਮ ਤੋਂ ਪਹਿਲਾਂ, ਉਹਨਾਂ ਨੂੰ ਡੇਟਸ ਨੂੰ ਕੀ ਲਿਖਿਆ ਜਾਂਦਾ? ਉਲਟਾ ਲਿਖਿਆ ਜਾਂਦਾ। ਕਲੀਅਰ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਵੇਖੋ ਕਿ ਕਿੰਨੇ ਵੇਦ ਹੋਏ ਨੇ ਆਪਣੇ ਕੋਲੇ ਹੋਏ ਨੇ ਜੀ ਮੇਨਲੀ ਕਿੰਨੇ ਵੇਦ? 4 ਵੇਦ। ਕਿੰਨੇ ਵੇਦ ਹੋਏ ਨੇ? 4 ਵੇਦ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰਿਗਵੇਦ ਦੀ। ਰਿਗਵੇਦ ਦੀ। ਠੀਕ ਹੈ, ਰਿਗਵੇਦ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਸੰਸਾਰ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ। ਸੰਸਾਰ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਪੁੱਛਿਆ ਜਾਏ ਕਿਹੜਾ ਹੈ ਤਾਂ ਸਭ ਤੋਂ ਪ੍ਰਾਚੀਨ ਗ੍ਰੰਥ ਜਿਹੜਾ ਹੈ ਉਹ ਕਿਹੜਾ ਹੈਗਾ ਹੈ ਜੀ? ਰਿਗਵੇਦ ਹੈ। ਕਲੀਅਰ ਹੈ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸੰਸਾਰ ਦਾ ਸਭ ਤੋਂ ਮਤਲਬ ਵੀ ਪੁਰਾਣੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਵੇਦਾਂ ਨੂੰ ਹੀ ਮੰਨਿਆ ਜਾਂਦਾ ਹੈ। ਸੰਸਾਰ ਦੇ ਸਭ ਤੋਂ ਪੁਰਾਣੇ ਜਿਹੜੇ ਗ੍ਰੰਥ ਨੇ ਉਹ ਕਿਹਨੂੰ ਮੰਨਿਆ ਜਾਂਦਾ? ਵੇਦਾਂ ਨੂੰ ਹੀ ਮੰਨਿਆ ਜਾਂਦਾ ਹੈ। ਤਾਂ ਇਹਦੇ ਵਿੱਚੋਂ ਵੀ ਸਭ ਤੋਂ ਜਿਹੜਾ ਪੁਰਾਣਾ ਵੇਦ ਹੈ ਉਹ ਹੈਗਾ ਰਿਗਵੇਦ। ਤੇ ਇਹ ਪੇਪਰ ਦੇ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਹੈ ਕਿ ਸਭ ਤੋਂ ਪੁਰਾਣਾ ਜਿਹੜਾ ਵੇਦ ਹੈਗਾ ਉਹ ਕਿਹੜਾ ਹੈ ਤਾਂ ਤੁਸੀਂ ਕੀ ਦੱਸੋਗੇ? ਰਿਗਵੇਦ। ਸਭ ਤੋਂ ਪੁਰਾਣਾ ਵੇਦ ਜਿਹੜਾ ਹੈਗਾ ਬੱਚੇ ਉਹ ਹੈਗਾ ਆਪਣਾ ਰਿਗਵੇਦ। ਹੋਪਸੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੀਆਂ ਹੋਣਗੀਆਂ। ਜੇ ਕੁਝ ਨਾ ਸਮਝ ਆਵੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲੇ ਕੀ ਹੈ, ਇੱਕ ਸੋਰਸ ਹੈਗਾ। ਕੀ ਹੈਗਾ? ਸੋਰਸ ਹੈਗਾ ਆਪਣਾ ਨੰਬਰ, ਉਹਦੇ ਤੇ ਤੁਸੀਂ ਕੋਲ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇੰਪੋਰਟੈਂਟ ਚੀਜ਼ ਇੱਕ ਦਿੰਨੇ ਆ ਤੁਹਾਨੂੰ, ਤੁਹਾਡੇ ਤੋਂ ਪੁੱਛਿਆ ਜਾਏ ਕਿ ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਤੋਂ ਜਾਣਿਆ ਜਾਂਦਾ ਸੀ? ਰਿਗਵੈਦਿਕ ਕਾਲ ਵਿੱਚ
ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਤੋਂ ਜਾਣਿਆ ਜਾਂਦਾ ਸੀਗਾ? ਤਾਂ ਤੁਹਾਨੂੰ ਪਤਾ ਹੈ ਕਿਸ ਨਾਮ ਤੋਂ ਜਾਣਿਆ ਜਾਂਦਾ ਸੀ? ਸਪਤ ਸਿੰਧੂ ਨਾਮ ਤੋਂ। ਯਾਨੀ ਕਿ ਰਿਗਵੇਦਿਕ ਕਾਲ ਵਿੱਚ ਪੰਜਾਬ ਆਪਣਾ ਪ੍ਰੈਜ਼ੈਂਸ ਰੱਖਦਾ ਸੀ ਕਿਸ ਨਾਮ ਤੋਂ? ਸਪਤ ਸਿੰਧੂ ਦੇ ਨਾਮ ਤੋਂ, ਯਾਨੀ 7 ਦਰਿਆਵਾਂ ਦੀ ਧਰਤੀ ਦੇ ਨਾਮ ਤੋਂ। 7 ਦਰਿਆਵਾਂ ਦੀ ਧਰਤੀ ਦੇ ਨਾਮ ਤੋਂ। ਤੇ ਪਹਿਲਾਂ ਜਿਹੜੀਆਂ ਕਲਾਸਿਸ ਲਈਆਂ ਨੇ ਉਹਦੇ ਵਿੱਚ ਮੈਂ ਤੁਹਾਨੂੰ ਡੈਫੀਨੇਟਲੀ ਦੱਸਿਆ ਹੈ ਕਿ 7 ਦਰਿਆ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ। ਹੋਪ ਸੋ ਤੁਹਾਨੂੰ ਵਧੀਆ ਤਰੀਕੇ ਨਾਲ ਪਤਾ ਹੋਣਗੇ। ਜੇ ਹੁਣ ਆਪਾਂ ਇੱਥੇ ਦੁਬਾਰਾ ਤੋਂ ਡਿਸਕ੍ਰਾਈਬ ਨਹੀਂ ਕਰਾਂਗੇ, ਨਾਮ ਲੈ ਦਿੰਨੇ ਆ ਬਸ। ਸਤਲੁਜ, ਬਿਆਸ, ਰਾਵੀ, ਸਿੰਧੂ, ਜੇਲਮ, ਸਰਸਵਤੀ, ਚਨਾਬ, ਇਹ ਆਪਣੇ ਜਿਹੜੇ ਨੇ 7 ਦਰਿਆ ਨੇ। ਠੀਕ ਹੈ, ਪਹਿਲਾਂ ਦੀਆਂ ਕਲਾਸਿਸ ਤੁਸੀਂ ਦੇਖੀਆਂ ਹੋਣਗੀਆਂ, ਉੱਥੇ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਹੁਣ ਤਾਂ ਰਿਪੀਟ ਕਰਨਾ ਨਹੀਂ। ਯਾਨੀ ਪਹਿਲਾ ਜਿਹੜਾ ਹੋ ਗਿਆ ਉਹ ਆਪਣਾ ਹੋ ਗਿਆ ਰਿਗਵੇਦਿਕ। ਹੁਣ ਜਿਹੜਾ ਇਹਦੇ ਵਿੱਚ ਦੇਖੋ, ਅੱਗੇ ਚੱਲਦੇ ਹਾਂ ਆਪਾਂ। ਇਹਦੇ ਵਿੱਚ ਦੇਖੋ ਕੀ ਕੁਛ ਹੈ। 128 ਸ਼ਲੋਕ ਨੇ, 1028 ਸ਼ਲੋਕ ਨੇ। ਤੁਹਾਡੇ ਕੋਲੋਂ ਪੁੱਛਿਆ ਜਾਵੇ ਕਿ ਰਿਗਵੇਦ ਵਿੱਚ ਕਿੰਨੇ ਸ਼ਲੋਕਾਂ ਦਾ ਵਰਣਨ ਹੈ, ਤਾਂ ਤੁਸੀਂ ਦੱਸੋਗੇ 1028 ਸ਼ਲੋਕਾਂ ਦਾ ਵਰਣਨ ਹੈ ਜੀ। ਕਿੰਨੀਆਂ ਰਿਚਾਵਾਂ ਨੇ? ਕਿੰਨੀਆਂ ਰਿਚਾਵਾਂ ਨੇ ਪੁੱਛਿਆ ਜਾਵੇ, ਕਿੰਨੀਆਂ ਰਿਚਾਵਾਂ ਨੇ, ਤਾਂ ਤੁਸੀਂ ਦੱਸੋਗੇ 10,462 ਰਿਚਾਵਾਂ ਨੇ। ਠੀਕ ਹੈ, ਤੇ ਕਿੰਨੇ ਮੰਡਲਾਂ ਦਾ ਵਰਣਨ ਹੈ? ਤੇ ਮੰਡਲ ਜਿਹੜੇ ਨੇ, ਮੰਡਲ ਹੈਗੇ ਆ ਜੀ ਆਪਣੇ ਕੋਲੇ ਕਿੰਨੇ? 10 ਮੰਡਲ। ਠੀਕ ਹੈ, ਮੰਡਲ ਕਿੰਨੇ ਨੇ? 10 ਮੰਡਲ ਨੇ। 10ਵਾਂ ਅਤੇ ਪਹਿਲਾ ਮੰਡਲ ਬਾਅਦ ਵਿੱਚ ਲਿਖੇ ਗਏ ਹਨ। ਯਾਨੀ ਕਿ ਸਭ ਤੋਂ ਪਹਿਲਾਂ ਦੇਖੋ 10ਵਾਂ ਅਤੇ ਪਹਿਲਾ ਮੰਡਲ, 10 ਮੰਡਲ ਨੇ, ਇਹਨਾਂ ਵਿੱਚੋਂ ਬਾਅਦ ਵਿੱਚ ਲਿਖੇ ਗਏ ਮੰਡਲ। ਹੁਣ ਤੁਸੀਂ ਐਵੇਂ ਨਾ ਸੋਚੋ ਕਿ ਪਹਿਲਾ ਜਿਹੜਾ ਮੰਡਲ ਹੈ ਉਹ ਪਹਿਲਾਂ ਲਿਖਿਆ ਹੋਊਗਾ, ਨਹੀਂ। 10ਵਾਂ ਤੇ ਪਹਿਲਾ ਮੰਡਲ ਬਾਅਦ ਵਿੱਚ ਲਿਖੇ ਗਏ ਨੇ। ਵਿੱਚ ਵਾਲੇ ਜਿਹੜੇ ਮੰਡਲ ਨੇ ਉਹ ਪਹਿਲਾਂ ਹੀ ਵਰਣਿਤ ਕਰ ਦਿੱਤੇ ਗਏ ਸੀਗੇ ਜੀ। ਠੀਕ ਹੈ, ਕਲੀਅਰ ਹੈ ਇੰਨੀ ਗੱਲ। ਹੁਣ ਰਿਗਵੇਦਿਕ ਕਾਲ ਦੇ ਵਿੱਚ ਕੀ ਕੁਝ ਸੀਗਾ? ਬ੍ਰਾਹਮਣ ਸੀਗੇ, ਕਸਤਰੀ ਸੀਗੇ, ਸ਼ੂਦਰ ਸੀਗੇ, ਯਾਨੀ ਕਿ ਆ ਮੰਨੇ ਜਾਂਦੇ ਸੀਗੇ, ਛਤਰੀਏ ਸੀਗੇ, ਆ ਰਿਗਵੇਦਿਕ ਕਾਲ ਦਾ। ਠੀਕ ਹੈ, ਤੇ ਇੱਥੇ ਕੀ ਕਹਿੰਦੇ ਸੀ? ਸੂਰਜ ਦੇਵਤਾ ਨੂੰ। ਰਿਗਵੇਦਿਕ ਤੁਹਾਡੇ ਤੋਂ ਪੁੱਛਿਆ ਜਾਏ ਰਿਗਵੇਦ ਕਾਲ ਕਿਹਨੂੰ ਸਮਰਪਿਤ ਹੈ, ਤੁਸੀਂ ਸੈਂਟਰ ਦਾ ਵੀ ਕੋਈ ਐਗਜ਼ਾਮ ਦਿੰਦੇ ਹੋ ਤਾਂ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਕੰਮ ਆਣਗੀਆਂ। ਸੂਰਜ ਦੇਵਤਾ ਨੂੰ ਸਮਰਪਿਤ ਹੈ। ਕਿਹਨੂੰ ਸਮਰਪਿਤ ਹੈ ਰਿਗਵੇਦਿਕ ਕਾਲ? ਸੂਰਜ ਦੇਵਤਾ ਨੂੰ ਸਮਰਪਿਤ ਹੈ। ਸੂਰਜ ਦੇਵਤਾ ਨੂੰ ਸਮਰਪਿਤ ਹੈ। ਇਹ ਮੈਂ ਇਹਦੇ ਨੋਟਸ ਗਰੁੱਪ 'ਚ ਪਹਿਲਾਂ ਸੈਂਡ ਕਰ ਦਿੱਤੇ ਆ ਮੇਰੇ ਖਿਆਲ 'ਚ। ਠੀਕ ਹੈ, ਸੂਰਜ ਦੇਵਤਾ ਨੂੰ ਸਮਰਪਿਤ ਹੈ। ਕਲੀਅਰ ਹੈ ਇੰਨੀ ਗੱਲ। ਉਸ ਤੋਂ ਬਾਅਦ ਦੇਖਦੇ ਆਪਾਂ ਯਜੁਰਵੇਦ। ਠੀਕ ਹੈ, ਕੀ ਵੇਖਦੇ ਹਾਂ? ਯਜੁਰਵੇਦ। ਤੇ ਯਜੁਰਵੇਦ ਦੀ ਗੱਲ ਕਰੀਏ ਆਪਾਂ ਤਾਂ ਯਜੁਰਵੇਦ ਯੱਗ ਹੋਮ ਸਮੇਂ ਉਚਾਰਨ ਕੀਤੇ ਜਾਣ ਵਾਲੇ ਗ੍ਰੰਥਾਂ ਦੇ ਬਾਰੇ ਦੱਸਦਾ। ਕਿਹਦੇ ਬਾਰੇ? ਯੱਗ ਤੋਂ ਸੰਬੰਧਿਤ ਵੇਦ ਪੁੱਛਿਆ ਜਾਏ, ਯੱਗ ਤੋਂ, ਠੀਕ ਹੈ, ਜਾਂ ਹੋਮ ਤੋਂ ਸੰਬੰਧਿਤ ਜਿਹੜਾ ਵੇਦ ਪੁੱਛਿਆ ਜਾਏ ਤਾਂ ਤੁਸੀਂ ਕੀ ਦੱਸੋਗੇ? ਯਜੁਰਵੇਦ। ਕਲੀਅਰ ਹੈ ਇੰਨੀ ਗੱਲ। ਤੇ ਮਤਲਬ ਕਿ ਇਹਦੇ ਵਿੱਚ ਹੋਰ ਕੀ ਮੰਤਰਾਂ ਦਾ ਵਰਣਨ ਕਿੱਥੇ ਹੈ? ਮੰਤਰ, ਜਾਦੂ ਮੰਤਰ ਜਿਹੜੇ ਚਲਾਏ ਗਏ ਸੀਗੇ, ਉਹ ਜਾਦੂ ਮੰਤਰਾਂ ਦਾ ਜਿਹੜਾ ਵਰਣਨ ਹੈ ਉਹ ਕਿੱਥੇ ਹੈ? ਤਾਂ ਜਾਦੂ ਮੰਤਰਾਂ ਦਾ ਵਰਣਨ ਜਿਹੜਾ ਹੈਗਾ ਉਹ ਕਿਹਦੇ ਵਿੱਚ ਹੈ? ਜਾਦੂ ਮੰਤਰਾਂ ਦਾ ਵਰਣਨ ਵੀ ਕਿਤੇ ਹੈ? ਯਜੁਰਵੇਦ ਵਿੱਚ ਹੈ। ਕਿਹਦੇ ਵਿੱਚ ਹੈ? ਯਜੁਰਵੇਦ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਮਵੇਦ ਦੀ। ਸਾਮਵੇਦ ਦੀ ਜੇ ਆਪਾਂ ਗੱਲ ਕਰੀਏ ਤਾਂ ਗੀਤਾਂ ਦਾ ਵਰਣਨ, ਯਾਨੀ ਕਿ ਸੰਗੀਤ ਤੋਂ ਸੰਬੰਧਿਤ ਜਿਹੜਾ ਵਰਣਨ ਹੈ, ਸੰਗੀਤ ਵਾਲਾ ਜਿਹੜਾ ਵੇਦ ਹੈ ਉਹ ਕਿਹੜਾ? ਸਾਮਵੇਦ। ਸੰਗੀਤ ਤੋਂ ਸੰਬੰਧ ਰੱਖਦਾ ਹੈ। ਠੀਕ ਹੈ, ਸੰਗੀਤ ਤੋਂ ਸੰਬੰਧ ਰੱਖਦਾ। ਤੁਸੀਂ ਮੰਤਰ ਵਗੈਰਾ ਜਾਂ ਕੁਝ ਐਵੇਂ ਨਹੀਂ, ਬਸ ਰਚਨਾਵਾਂ ਤੁਸੀਂ ਰਿਗਵੇਦ ਦੀਆਂ ਯਾਦ ਰੱਖਣੀਆਂ ਨੇ, ਪਰ ਤੁਸੀਂ ਐਵੇਂ ਯਾਦ ਰੱਖਣਾ ਜਿੱਦਾਂ ਕਿ ਆ ਜਿਹੜਾ ਵੇਦ ਹੈਗਾ ਆ ਸੰਗੀਤ ਤੋਂ ਸੰਬੰਧਿਤ ਹੈ, ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਕਿਹਾ ਜਾਂਦਾ ਹੈ ਕਿ ਸੰਗੀਤ ਦੀ, ਭਾਰਤੀ ਸੰਗੀਤ ਦੀ ਉਤਪਤੀ ਜਿਹੜੀ ਹੈ ਉਹ ਸਾਮਵੇਦ ਤੋਂ ਹੋਈ ਹੈ। ਕਿਹਦੇ ਤੋਂ ਹੋਈ ਹੈ? ਸਾਮਵੇਦ ਤੋਂ ਹੋਈ ਹੈ। ਕਲੀਅਰ ਹੈ। ਤੇ ਜਿਹੜੇ ਆਪਣੇ ਸਾਰੇ ਗਾਮਾਪਾ ਜਿਹੜੇ 7 ਸਵਰ ਨੇ, ਸਾਰੇ ਗਾਮਾਪਾ 7 ਸਵਰ ਨੇ, ਪਾ, ਧਾ, ਨੀ, ਸਾ, ਆ ਕੁਛ ਐਵੇਂ ਦੇ ਜਿਹੜੇ 7 ਸਵਰ ਹੈਗੇ ਨੇ, ਇਹ ਵੀ ਕਿੱਥੋਂ ਮਿਲੇ ਨੇ? ਇਹ ਸਾਮਵੇਦ ਤੋਂ ਹੀ ਮਿਲੇ ਨੇ। ਕਿੱਥੋਂ ਮਿਲੇ ਨੇ? ਸਾਮਵੇਦ ਤੋਂ ਹੀ ਮਿਲੇ ਨੇ। ਕਲੀਅਰ ਹੈ, ਸਮਝ ਆ ਗਈ ਇੰਨੀ ਗੱਲ। ਉਸ ਤੋਂ ਬਾਅਦ ਚੱਲਦੇ ਆਪਾਂ ਅਥਰਵ ਵੇਦ ਤੇ ਨਵਾਂ ਵੇਦ। ਸਭ ਤੋਂ ਨਵਾਂ ਵੇਦ ਕਿਹਨੂੰ ਕਹਿੰਦੇ? ਸਭ ਤੋਂ ਪੁਰਾਣਾ ਰਿਗਵੇਦ। ਸਭ ਤੋਂ ਨਵਾਂ ਕਿਹਨੂੰ ਕਹਿੰਦੇ ਆ? ਅਥਰਵ ਵੇਦ ਨੂੰ। ਕਿਹਨੂੰ ਕਹਿੰਦੇ ਆ ਬੱਚੇ? ਅਥਰਵ ਵੇਦ ਨੂੰ ਸਭ ਤੋਂ ਨਵਾਂ ਵੇਦ ਕਹਿੰਦੇ ਆ। ਹੁਣ ਦੇਖੋ ਇਸ ਦੇ ਨਾਮ ਮਤਲਬ ਕਿ ਇਹਦੇ ਵਿੱਚ ਕੀ ਹੈ? ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਅਥਰਵ ਰਿਸ਼ੀ ਤੋਂ ਇਹਦਾ ਨਾਮ ਪਿਆ ਸੀਗਾ। ਕਿਹਦੇ ਤੋਂ ਪਿਆ ਸੀ? ਅਥਰਵ ਰਿਸ਼ੀ ਤੋਂ ਇਹਦਾ ਨਾਮ ਪਿਆ ਸੀਗਾ ਅਥਰਵ ਵੇਦ। ਕਲੀਅਰ ਹੈ ਇੰਨੀ ਗੱਲ। ਤੁਹਾਡੇ ਤੋਂ ਪੁੱਛਿਆ ਜਾਏ ਕਿ ਜਾਦੂ ਟੂਣਿਆਂ ਦਾ ਵੇਦ ਕਿਹਨੂੰ ਕਿਹਾ ਜਾਂਦਾ ਹੈ? ਜਾਦੂ ਟੂਣੇ, ਯਾਨੀ ਕਿ ਤੁਹਾਨੂੰ ਪਤਾ ਹੈ ਪੁਰਾਣੇ ਟਾਈਮ 'ਚ ਜਾਦੂ ਟੂਣੇ ਬਹੁਤ ਹੁੰਦੇ ਸੀ, ਤਾਂ ਜਾਦੂ ਟੂਣਿਆਂ ਦਾ, ਭੂਤਾਂ ਪ੍ਰੇਤਾਂ ਦਾ ਵੇਦ ਜਿਹਨੂੰ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਹੈ ਜੀ ਅਥਰਵ ਵੇਦ ਨੂੰ। ਕਿਹਨੂੰ ਕਿਹਾ ਜਾਂਦਾ ਹੈ? ਅਥਰਵ ਵੇਦ ਨੂੰ। ਠੀਕ ਹੈ,
ਕਲੀਅਰ ਹੈ ਇੰਨੀ ਗੱਲ। ਹੋਪ ਸੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਨਾਲ ਸਮਝ ਆਈਆਂ ਹੋਣਗੀਆਂ। ਇਹ ਸੀਗੇ ਆਪਣੇ ਵੇਦ। ਵੇਦ 4 ਹੋ ਗਏ। ਉਸ ਤੋਂ ਬਾਅਦ ਆਉਂਦੇ ਆ ਜੀ ਵੇਦਾਂਗ। ਤੁਸੀਂ ਸਿਰਫ ਐਵੇਂ ਸਮਝਣਾ ਹੈ ਕਿ ਭਾਈ ਵੇਦਾਂਗ ਕਿੰਨੇ ਸੀਗੇ 6। ਵੇਦਾਂਗਾਂ ਦੀ ਸੰਖਿਆ ਕਿੰਨੀ ਸੀ 6। ਇਹਦਾ ਵਿੱਚੋਂ ਵੀ ਆਪਾਂ ਨੂੰ ਵਰਣਨ ਮਿਲਦਾ, ਠੀਕ ਹੈ। ਆਣਯਕ ਹੋ ਗਿਆ, ਉਪਨਿਸ਼ਦ ਹੋ ਗਿਆ। ਉਪਨਿਸ਼ਦ ਜੀ ਗੱਲ ਕਰੀਏ ਤਾਂ ਉਪਨਿਸ਼ਦ ਜਿਹੜੇ ਨੇ ਉਹ ਕਿੰਨੇ ਸੀਗੇ 108 ਉਪਨਿਸ਼ਦ। ਆ ਬਸ ਸੰਖਿਆ ਯਾਦ ਰੱਖਣੀ ਹੈ ਤੁਸੀਂ, ਹੋਰ ਕੁਝ ਨਹੀਂ। ਉਪਨਿਸ਼ਦ ਕਿੰਨੇ ਸੀਗੇ, ਇਹ ਸੀਗੇ ਜੀ 108 ਉਪਨਿਸ਼ਦ ਸੀਗੇ। ਕਿੰਨੇ ਸੀਗੇ 108 ਉਪਨਿਸ਼ਦ ਸੀਗੇ। ਕਲੀਅਰ ਹੈ ਇੰਨੀ ਗੱਲ। ਉਸ ਤੋਂ ਬਾਅਦ ਜੀ ਪੁਰਾਣ ਯਾਦ ਰੱਖਣੇ ਨੇ, ਕਿੰਨੇ ਸੀਗੇ, ਕਿੰਨੇ ਪੁਰਾਣ ਸੀਗੇ, ਠੀਕ ਹੈ 18 ਪੁਰਾਣ ਸੀਗੇ। 18 ਪੁਰਾਣ ਸੀਗੇ। ਤੇ ਆਹ ਸਾਰੀਆਂ ਚੀਜ਼ਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਯਾਦ ਰੱਖਣੀਆਂ ਨੇ। ਆਹ ਮੁੱਢਲੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ, ਠੀਕ ਹੈ। ਹੋਰ ਪੁਰਾਤਤਵ ਸਰੋਤ ਜਿਵੇਂ ਮਤਲਬ ਕਿ ਕੁਝ ਲੇਖਕ ਜਿਹੜੇ ਨੇ ਉਹ ਆਏ ਸੀਗੇ, ਜਿੱਦਾਂ ਕਿ ਟੇਸੀਅਸ, ਹੈਰੋਡੋਟਸ ਹੋ ਗਿਆ, ਮੈਗਸਥਨੀਜ਼ ਹੋ ਗਿਆ। ਆ ਕਿਤਾਬਾਂ ਲਿਖੀਆਂ ਗਈਆਂ ਇਹਨਾਂ ਦੇ ਦੁਆਰਾ, ਉਹ ਆਪਾਂ ਕੱਲ ਜ਼ਿਕਰ ਕਰਾਂਗੇ ਕੰਪਲੀਟਲੀ। ਅੱਜ ਤੁਸੀਂ ਯਾਦ ਰੱਖੋ ਇੰਨਾ ਹੀ, ਤੇ ਠੀਕ ਹੈ। ਹੋ ਸਕੇ ਕੱਲ ਦੀ ਕਲਾਸ ਜਿਹੜੀ ਹੈ ਉਹ ਆਪਾਂ ਲਾਈਵ ਹੀ ਕਰਾਂਗੇ, ਤੇ ਆ ਤੁਸੀਂ ਚੰਗੀ ਤਰ੍ਹਾਂ ਕਲਾਸ ਨੂੰ ਦੇਖ ਲੈਣਾ। ਥੈਂਕ ਯੂ ਸੋ ਮਚ।